ਅੱਜ ਦੇ ਵੀਡੀਓ ਦੇ ਵਿੱਚ ਆਪਾਂ ਰੈਕਟੀਫਾਇਰ ਦੀ ਵਰਕਿੰਗ ਬਾਰੇ ਪੜਾਂਗੇ। ਪਹਿਲਾਂ ਆਪਾਂ ਦੇਖਦੇ ਹਾਂ ਰੈਕਟੀਫਾਇਰ ਕੀ ਹੁੰਦਾ। ਬੇਟੇ ਰੈਕਟੀਫਾਇਰ ਇੱਕ ਇੱਦਾਂ ਦੀ ਇਲੈਕਟ੍ਰੋਨਿਕ ਡਿਵਾਈਸ ਆ ਜਿਹੜੀ ਏਸੀ ਵੋਲਟੇਜ ਜਾਂ ਏਸੀ ਕਰੰਟ ਨੂੰ ਕਨਵਰਟ ਕਰ ਦਿੰਦੀ ਆ ਡਾਇਰੈਕਟ ਵੋਲਟੇਜ ਜਾਂ ਡਾਇਰੈਕਟ ਕਰੰਟ ਦੇ ਵਿੱਚ। ਸੋ ਸਾਡੇ ਕੋਲ ਰੈਕਟੀਫਾਇਰ ਦੀ ਵਰਕਿੰਗ ਨੂੰ ਸਮਝਣ ਲਈ ਸਭ ਤੋਂ ਪਹਿਲਾਂ ਸਾਨੂੰ ਇਹ ਸਮਝਣਾ ਪਊਗਾ ਵੀ ਇਹ PN ਜੰਕਸ਼ਨ ਡਾਇਓਡ ਦੀ ਅੱਗੇ ਇੱਕ ਐਪਲੀਕੇਸ਼ਨ। PN ਜੰਕਸ਼ਨ ਡਾਇਓਡ ਨੂੰ ਆਪਾਂ ਜਿਵੇਂ ਜਾਣਦੇ ਹਾਂ ਕਿ ਜੇਕਰ ਅਸੀਂ ਫਾਰਵਰਡ ਬਾਇਸਿੰਗ ਦਈਏ ਤਾਂ PN ਜੰਕਸ਼ਨ ਡਾਇਓਡ ਵੋਲਟੇਜ ਨੂੰ ਈਜ਼ੀ ਪਾਥ ਦਿੰਦਾ ਹੈ, ਭਾਵ ਕਿ ਉਹਦੇ ਵਿੱਚੋਂ ਦੀ ਕਰੰਟ ਈਜ਼ੀਲੀ ਲੰਘ ਜਾਂਦਾ। ਪਰ ਜੇਕਰ ਕੋਈ ਡਾਇਓਡ ਉਸ ਨੂੰ ਅਸੀਂ ਰਿਵਰਸ ਵੋਲਟੇਜ ਦੇ ਦਿੰਦੇ ਹਾਂ, ਰਿਵਰਸ ਬਾਇਸ ਕਰ ਦਿੰਦੇ ਹਾਂ, ਭਾਵ ਡਾਇਓਡ ਦੇ P ਟਾਈਪ ਪਾਸੇ ਨੂੰ ਨੈਗੇਟਿਵ ਟਰਮੀਨਲ ਆਫ ਬੈਟਰੀ ਨਾਲ ਜੋੜ ਦਿੰਦੇ ਹਾਂ ਅਤੇ N ਟਾਈਪ ਪਾਸੇ ਨੂੰ ਪੋਜ਼ੀਟਿਵ ਟਰਮੀਨਲ ਆਫ ਦੀ ਬੈਟਰੀ ਨਾਲ ਜੋੜ ਦਿੰਦੇ ਹਾਂ, ਅਤੇ ਡਾਇਓਡ ਸਾਡੇ ਕੋਲ ਰਿਵਰਸ ਬਾਇਸ ਹੋ ਜਾਂਦਾ ਅਤੇ ਉਹ ਕਰੰਟ ਨੂੰ ਈਜ਼ੀ ਪਾਥ ਨਹੀਂ ਦਿੰਦਾ, ਭਾਵ ਕਰੰਟ ਨੂੰ ਆਪਦੇ ਵਿੱਚੋਂ ਦੀ ਲੰਘਣ ਨਹੀਂ ਦਿੰਦਾ। ਸੋ ਇਸੇ ਕਨਸੈਪਟ ਦੇ ਬੇਸ ਦੇ ਉੱਤੇ ਸਭ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਹਾਫ ਵੇਵ ਰੈਕਟੀਫਾਇਰ ਕਿਸ ਤਰੀਕੇ ਦੇ ਨਾਲ ਕੰਮ ਕਰਦਾ। ਬੇਟੇ ਇਹ ਕੁਐਸਚਨ ਐਜ਼ ਫਾਰ ਐਜ਼ ਯੂਅਰ ਐਗਜ਼ਾਮੀਨੇਸ਼ਨ ਪੁਆਇੰਟ ਆਫ ਵਿਊ ਦੇ ਕੰਸਰਨਡ ਹੈਗਾ ਅਤੇ ਬੜਾ ਇੰਪੋਰਟੈਂਟ ਆ, ਅਤੇ ਉਮੀਦ ਆ ਵੀ ਇਸ ਸਾਲ ਇਹ ਫਾਈਨਲ ਐਗਜ਼ਾਮ ਦੇ ਵਿੱਚ ਹਾਫ ਵੇਵ ਰੈਕਟੀਫਾਇਰ ਜਾਂ ਫੁੱਲ ਵੇਵ ਰੈਕਟੀਫਾਇਰ ਦੋਨਾਂ 'ਚੋਂ ਇੱਕ ਜ਼ਰੂਰ ਆਏਗਾ। ਸੋ ਆਪਾਂ ਸਭ ਤੋਂ ਪਹਿਲਾਂ ਇਹਦੀ ਡਾਇਗਰਾਮ ਦੇਖੀਏ। ਸੋ ਇਹਦੇ ਵਿੱਚ ਸਾਡੇ ਕੋਲ ਇੱਕ ਡਾਇਓਡ ਲੱਗਿਆ ਹੁੰਦਾ ਜਿਸ ਨੂੰ ਮੈਂ D ਕਹਿ ਦਿੰਦਾ। ਡਾਇਓਡ ਇਜ਼ ਕਨੈਕਟਡ ਵਿਦ ਇਹ ਆਊਟਪੁੱਟ ਲੋਡ ਰਜਿਸਟੈਂਸ ਜਿਹਦੇ ਕਰੋਸ ਸਾਨੂੰ ਆਊਟਪੁੱਟ ਮਿਲਣੀ ਹੈ, ਲੋਡ ਰਜਿਸਟੈਂਸ RL। ਇਹ ਲੋਡ ਰਜਿਸਟੈਂਸ ਕੋਈ ਵੀ ਰਜਿਸਟੈਂਸ ਹੋ ਸਕਦੀ ਹੈ, ਤੁਹਾਡਾ ਫੈਨ, ਬਲਬ, ਕੋਈ ਮੋਟਰ, ਕੁਛ ਵੀ ਹੋ ਸਕਦੀ ਹੈ। ਆਮ ਤੌਰ 'ਤੇ ਅਸੀਂ ਇੱਕ ਬਲਬ ਯੂਜ਼ ਕਰਦੇ ਹਾਂ। ਸੋ ਇੱਥੇ ਅਸੀਂ ਇੱਕ ਸਟੈਪ ਡਾਊਨ ਟਰਾਂਸਫਾਰਮਰ ਲਗਾਇਆ ਹੋਇਆ ਹੈ, ਇਹਨੂੰ ਵੀ ਆਪਾਂ ਡਿਸਕਸ ਕਰਾਂਗੇ। ਸੋ ਦਿਸ ਇਜ਼ ਦੀ ਸਿੰਬਲ ਫਾਰ ਏ ਟਰਾਂਸਫਾਰਮਰ। ਅਤੇ ਇੱਧਰਲੇ ਪਾਸੇ ਅਸੀਂ ਇਨਪੁੱਟ ਵੋਲਟੇਜ ਦੇਣੀ ਆ, ਕਿਉਂਕਿ AC ਨੂੰ DC 'ਚ ਕਨਵਰਟ ਕਰਦਾ ਤਾਂ ਇੱਥੇ ਸਾਡੇ ਕੋਲ ਇਨਪੁੱਟ AC ਆਏਗੀ। ਓਕੇ, ਇੱਥੇ ਪੁਆਇੰਟ ਅਸੀਂ ਮੰਨ ਲੈਂਦੇ ਹਾਂ A ਐਂਡ ਦਿਸ ਪੁਆਇੰਟ ਲੈਟ ਇਟ ਬੀ B। ਸੋ ਇੱਥੇ ਜਿਹੜੀ ਆਊਟਪੁੱਟ ਆਏਗੀ ਉਹਨੂੰ ਅਸੀਂ ਆਊਟਪੁੱਟ ਦਾ ਇੱਕ ਗ੍ਰਾਫ ਬਣਾ ਕੇ ਸ਼ੋਅ ਕਰਾਂਗੇ। ਮੈਨੂੰ ਉਮੀਦ ਆ ਤੁਸੀਂ ਇਸ ਵੀਡੀਓ ਨੂੰ ਜ਼ਰੂਰ ਲਾਈਕ ਕਰੋਗੇ ਅਤੇ ਤੁਹਾਡੇ ਜੇਕਰ ਇਹ ਕੁਐਸਚਨ ਐਗਜ਼ਾਮ 'ਚ ਆਉਂਦਾ ਤਾਂ ਤੁਸੀਂ ਉਦੋਂ ਵੀ ਯਾਦ ਕਰੋਗੇ ਕਿ ਅਸੀਂ ਇੱਥੇ ਸਮਝਿਆ ਸੀ। ਸੋ ਇੱਥੇ ਅਸੀਂ ਆਊਟਪੁੱਟ ਦੇਖਾਂਗੇ ਪਹਿਲਾਂ ਹਾਫ ਵੇਵ ਰੈਕਟੀਫਾਇਰ ਦੇ ਆਊਟਪੁੱਟ, ਉਸ ਤੋਂ ਬਾਅਦ ਅਸੀਂ ਦੇਖਾਂਗੇ ਫੁੱਲ ਵੇਵ ਰੈਕਟੀਫਾਇਰ ਦੀ ਆਊਟਪੁੱਟ ਇਹਦੇ ਨਾਲ ਹੀ। ਹਾਂਜੀ, ਸਪੋਜ਼ ਕਰੀਏ ਸਾਡੇ ਕੋਲ AC ਦੀ ਇੱਕ ਸਾਈਕਲ ਇੱਥੇ ਅਸੀਂ ਫੀਡ ਕਰਦੇ ਹਾਂ, ਪੋਜ਼ੀਟਿਵ ਸਾਈਕਲ, ਨੈਗੇਟਿਵ। AC ਆ ਕਿ ਇਸ ਲਈ ਆਲਟਰਨੇਟ ਕਰ ਰਿਹਾ। ਸਪੋਜ਼ ਕਰੀਏ ਪਹਿਲਾਂ ਸਾਡੇ ਕੋਲ ਪੋਜ਼ੀਟਿਵ ਸਾਈਕਲ ਇੱਥੇ ਆਇਆ। ਜੇ ਪੋਜ਼ੀਟਿਵ ਸਾਈਕਲ ਆਇਆ, ਸਟੈਪ ਡਾਊਨ ਟਰਾਂਸਫਾਰਮਰ ਨੇ ਉਹਨੂੰ 240 ਜਾਂ 220 ਤੋਂ ਜਿੰਨਾ ਅਸੀਂ ਉਹਨੂੰ ਡਾਊਨ 9 ਵੋਲਟ ਜਾਂ 6 ਵੋਲਟ ਰੱਖਿਆ ਉਹਦੇ ਉੱਤੇ ਕਰ ਦੂਗਾ, ਪਰ ਇਹਦੀ ਜਿਹੜੀ ਪੋਲੈਰਿਟੀ ਆ ਉਹ ਪੋਜ਼ੀਟਿਵ ਹੀ ਰਹੇਗੀ। ਜੇ ਪੋਜ਼ੀਟਿਵ ਰਹਿਣ ਨਾਲ ਅਸੀਂ ਸਪੋਜ਼ ਕਰਦੇ ਹਾਂ ਵੀ ਪੁਆਇੰਟ A ਸਾਡਾ ਪੋਜ਼ੀਟਿਵ ਪੋਟੈਂਸ਼ੀਅਲ 'ਤੇ ਰਹਿੰਦਾ ਹੈ ਐਜ਼ ਕੰਪੇਅਰ ਟੂ ਪੁਆਇੰਟ B। ਜੇ ਪੁਆਇੰਟ A ਪੋਜ਼ੀਟਿਵ ਪੋਟੈਂਸ਼ੀਅਲ 'ਤੇ ਰਹਿੰਦਾ ਹੈ ਬਿਕੋਜ਼ ਆਫ ਦਿਸ ਪੋਜ਼ੀਟਿਵ ਪਾਰਟ ਆਫ ਦੀ ਵੇਵ, then our diode D will be forward biased। ਜੇ ਫਾਰਵਰਡ ਬਾਇਸ ਹੋਏਗਾ ਤਾਂ ਸਾਡੇ ਕੋਲ ਇੱਥੇ
ਜਿੱਦਾਂ ਦੀ ਇਨਪੁਟ ਆਈ ਆ ਉੱਦਾਂ ਦੀ ਵੀ ਸਾਡੇ ਕੋਲੇ ਆਊਟਪੁੱਟ ਇੱਥੇ ਆਏਗੀ, ਕਿਉਂਕਿ ਇੱਦਾਂ ਦੀ ਇਨਪੁਟ ਸੀ ਸੋ ਉੱਦਾਂ ਦੀ ਸਾਡੇ ਕੋਲੇ ਆਊਟਪੁੱਟ ਆ ਗਈ। ਹੁਣ ਕੰਸੀਡਰ ਕਰੀਏ ਜਦੋਂ ਨੈਗੇਟਿਵ ਸਾਈਕਲ ਆਇਆ। ਜਦੋਂ ਨੈਗੇਟਿਵ ਸਾਈਕਲ ਆਇਆ ਤਾਂ ਕਿਉਂਕਿ ਪਹਿਲਾਂ ਇਹ ਪੋਜ਼ਿਟਿਵ ਪੋਟੈਂਸ਼ੀਅਲ ਤੇ ਸੀ ਇਹ ਪੁਆਇੰਟ, ਹੁਣ ਅਸੀਂ ਇਹ ਦੇਖਾਂਗੇ ਵੀ ਇਹ ਇਟ ਵਿਲ ਬੀ ਐਟ ਨੈਗੇਟਿਵ ਪੋਟੈਂਸ਼ੀਅਲ, ਸੋ ਡਾਇਓਡ ਡੀ ਵਿਲ ਬੀ ਰਿਵਰਸ ਬਾਇਸਡ। ਜੇ ਰਿਵਰਸ ਬਾਇਸ ਹੋਏਗਾ ਤਾਂ ਇਟ ਵਿਲ ਨੋਟ ਕੰਡਕਟ ਨਹੀਂ ਕਰੇਗਾ, ਸਿਰਫ ਥੋੜਾ ਜਿਹਾ ਕਰੰਟ ਡਿਊ ਟੂ ਮਾਈਨੋਰਿਟੀ ਕੈਰੀਅਰਸ ਜ਼ਰੂਰ ਹੋਏਗਾ, ਉਹਨੂੰ ਅਸੀਂ ਇੱਥੇ ਸ਼ੋਅ ਕਰ ਦਿੰਦੇ ਹਾਂ। ਇਸ ਤਰ੍ਹਾਂ ਇਸ ਨੈਗੇਟਿਵ ਸਾਈਕਲ ਤੋਂ ਬਾਅਦ ਅਗਲਾ ਪੋਜ਼ਿਟਿਵ ਸਾਈਕਲ ਆਏਗਾ ਤਾਂ ਉਦੋਂ ਫਿਰ ਡਾਇਓਡ ਡੀ ਸਾਡੇ ਕੋਲੇ ਕੰਡਕਟ ਕਰੇਗਾ ਤੇ ਵੀ ਵਿਲ ਗੈਟ ਦੀ ਆਊਟਪੁੱਟ। ਅਗਲਾ ਸਾਈਕਲ ਨੈਗੇਟਿਵ ਹੋਏਗਾ, ਅਸੀਂ ਇੱਥੇ ਇਨਪੁੱਟ ਬਣਾ ਹੀ ਲਈਏ। ਸੋ ਦਿਸ ਇਜ਼ ਆਵਰ ਇਨਪੁੱਟ AC, it will be like this। ਸੋ ਅਗੇਨ ਨੈਗੇਟਿਵ ਸਾਈਕਲ ਤੇ ਸਾਡੇ ਕੋਲੇ ਸਿਰਫ ਮਾਈਨੋਰਿਟੀ ਕਰੰਟ ਆਏਗਾ ਐਂਡ ਅਗੇਨ ਪੋਜ਼ਿਟਿਵ ਸਾਈਕਲ ਦੇ ਅਗੇਂਸਟ ਸਾਡੇ ਕੋਲੇ ਇੱਕ ਪੋਜ਼ਿਟਿਵ ਵੇਵ ਆ ਜਾਏਗੀ। ਸੋ ਇਹਦੇ ਵਿੱਚ ਅਸੀਂ ਦੇਖਦੇ ਹਾਂ ਵੀ ਜਿਹੜੀ ਸਾਡੀ ਟੋਟਲ એનર્ਜੀ ਸੀ ਉਹਦੇ ਨਾਲੋਂ ਸਾਡੇ ਕੋਲੇ ਅੱਧੀ ਵੇਵ ਇੱਥੇ ਆਈ ਆ ਐਜ਼ ਏ ਆਊਟਪੁੱਟ ਐਂਡ ਹਾਫ ਆਫ ਦੀ એનર્ਜੀ ਇਜ਼ ਲੋਸਟ। ਇੱਥੇ ਇੱਕ ਦੋ ਕੁਐਸਚਨਸ ਵੀ ਆ ਜਾਂਦੇ ਆ। ਹੁਣ ਕਿਉਂਕਿ ਆਹ ਵਾਲੀ ਵੋਲਟੇਜ ਅਲਟਰਨੇਟ ਨਹੀਂ ਕਰਦੀ, ਨੈਗੇਟਿਵ ਨਹੀਂ ਜਾਂਦੀ, ਇਸ ਕਰਕੇ ਅਸੀਂ ਇਹਨੂੰ DC ਕਹਿ ਦਿੰਦੇ ਹਾਂ। ਇਟ ਇਜ਼ ਨਾਟ ਪਿਓਰ DC ਬਿਕੋਜ਼ ਸਾਡੇ ਕੋਲ ਇੱਥੇ ਫਲਕਚੁਏਸ਼ਨ ਆ ਰਹੀ ਆ। ਉਹ ਬੇਟਾ ਸਾਡੇ ਕੋਲ ਫਿਲਟਰ ਸਰਕਟਸ ਹੁੰਦੇ ਆ ਲਾਈਕ ਇੰਡਕਟਰ ਔਰ ਕਪੈਸਿਟਰ, ਸੋ ਅਸੀਂ ਇਸ ਤੋਂ ਅੱਗੇ ਫਿਲਟਰ ਸਰਕਟ ਲਾ ਕੇ ਇਹਨੂੰ ਫਿਲਟਰ ਕਰ ਲੈਂਦੇ ਹਾਂ। ਓਕੇ, ਸੋ ਹੁਣ ਅਸੀਂ ਇਹ ਦੇਖਦੇ ਹਾਂ ਕਿ ਫੁੱਲ ਵੇਵ ਰੈਕਟੀਫਾਇਰ ਕਿਵੇਂ ਕੰਮ ਕਰੂਗਾ। ਫੁੱਲ ਵੇਵ ਹਾਫ ਵੇਵ ਤੋਂ ਹੀ ਫੁੱਲ ਵੇਵ ਬਣਾ ਸਕਦੇ ਹਾਂ ਅਸੀਂ। ਸੋ ਜਸਟ ਲਾਈਕ ਅਗੇਨ ਵੀ ਹੈਵ ਏ ਸਟੈਪ ਡਾਊਨ ਟਰਾਂਸਫਾਰਮਰ ਹੇਅਰ, ਪ੍ਰਾਇਮਰੀ ਕੋਇਲ ਜ਼ਿਆਦਾ, ਸੈਕੰਡਰੀ ਕੋਇਲਸ ਘੱਟ, ਐਂਡ ਵੀ ਹੈਵ ਟੂ ਡਾਇਓਡਸ, ਡਾਇਓਡ D1 ਐਂਡ ਡਾਇਓਡ D2 ਡਾਊਨ ਹੇਅਰ। ਹੁਣ ਇੱਥੇ ਜਿਹੜੀ ਅਸੀਂ ਲੋਡ ਰੈਜ਼ਿਸਟੈਂਸ ਲਾਈ ਸੀ ਇਹਦੇ ਵਿੱਚ ਅਸੀਂ ਇੱਥੇ ਨਹੀਂ ਲਾਉਣੀ, ਇਹਦੇ ਵਿੱਚ ਅਸੀਂ ਲੋਡ ਰੈਜ਼ਿਸਟੈਂਸ ਲਾਵਾਂਗੇ ਇੱਥੇ ਵਿਚਕਾਰ। ਇਹਦਾ ਵੀ ਮਤਲਬ ਸਮਝਾਂਗੇ ਵੀ ਕਿਉਂ। ਇਨਪੁੱਟ ਦੇ ਦਈਏ ਪਹਿਲਾਂ ਵਾਂਗੂ, ਆ ਸਾਡੀ RL ਲੋਡ ਰੈਜ਼ਿਸਟੈਂਸ। R ਮੀਨਸ resistance, L means load, means it may be a bulb, it may be a fan, it may be anything else, electrical appliance, ਕੁਛ ਵੀ ਇੱਥੇ ਤੁਸੀਂ ਲਗਾਇਆ ਹੋ ਸਕਦਾ ਜਿਹੜਾ DC ਤੇ ਆਪਰੇਟ ਕਰਦਾ, ਕਿਉਂਕਿ ਇੱਥੇ ਅਸੀਂ AC ਇਨਪੁੱਟ ਦੇ ਰਹੇ ਹਾਂ। ਅਗੇਨ ਸਾਡੀ ਇਨਪੁੱਟ ਆਹੀ ਆ, ਪੋਜ਼ਿਟਿਵ ਨੈਗੇਟਿਵ, ਪੋਜ਼ਿਟਿਵ ਨੈਗੇਟਿਵ, ਪੋਜ਼ਿਟਿਵ ਨੈਗੇਟਿਵ, ਪੋਜ਼ਿਟਿਵ ਨੈਗੇਟਿਵ। ਇੰਡੀਆ ਦੀ 50 ਹਰਟਜ਼ ਦੀ ਫ੍ਰੀਕੁਐਂਸੀ, ਇਹ ਸਾਡੇ ਕੋਲੇ 50 ਹਰਟਜ਼ 240 ਵੋਲਟ, ਆਹ ਵਾਲੀ ਸਾਡੇ ਕੋਲ ਇਹ ਵੋਲਟੇਜ। ਹੁਣ ਅਸੀਂ ਦੇਖੀਏ ਜਦੋਂ AC ਦਾ ਪਹਿਲਾ ਸਾਈਕਲ ਇੱਥੇ ਫੀਡ ਹੋਏਗਾ, ਪੋਜ਼ਿਟਿਵ ਸਾਈਕਲ ਫੀਡ ਹੋਏਗਾ, ਦੈਨ ਅਜ਼ਿਊਮ ਕਰਦੇ ਹਾਂ ਅਗੇਨ ਪੁਆਇੰਟ A ਇਜ਼ ਐਟ ਪੋਜ਼ਿਟਿਵ ਪੋਟੈਂਸ਼ੀਅਲ ਐਜ਼ ਕੰਪੇਅਰ ਟੂ ਪੁਆਇੰਟ B। ਤੋ ਜੇਕਰ ਇਹ ਪੋਜ਼ਿਟਿਵ ਆ ਦੈਨ ਡਾਇਓਡ D1 ਵਿਲ ਬੀ ਫਾਰਵਰਡ ਬਾਇਸਡ। ਇਫ ਇਟ ਇਜ਼ ਫਾਰਵਰਡ ਬਾਇਸਡ ਦੈਨ ਇਟ ਵਿਲ ਕੰਡਕਟ ਕਰੇਗਾ। ਜੇ ਕੰਡਕਟ ਕਰੇਗਾ ਤਾਂ ਆਹੀ ਵਾਲੀ ਵੇਵ ਦੇਖੋ ਇੱਥੋਂ ਚੱਲ ਕੇ, ਕਿਉਂਕਿ ਇੱਧਰਲਾ ਪਾਥ ਬਲੌਕ ਆ, D2 ਡਾਇਓਡ ਰਿਵਰਸ ਬਾਇਸ ਹੋਇਆ, ਇੱਥੋਂ ਬਲੌਕ ਹੋ ਗਿਆ, ਸੋ ਵੋਲਟੇਜ ਵਿਲ ਅਪੀਅਰ ਐਟ ਦਿਸ ਟਰਮੀਨਲ। ਸੋ ਆਹ ਵਾਲਾ ਟਰਮੀਨਲ ਸਾਡਾ ਪੋਜ਼ਿਟਿਵ ਬਣ ਗਿਆ ਇਹਦੇ ਕਰਕੇ। ਸੋ ਵੀ ਵਿਲ ਗੈਟ ਆਊਟਪੁੱਟ ਓਵਰ ਹੇਅਰ। ਸੋ ਦਿਸ ਇਜ਼ ਅਵਰ ਫੁੱਲ ਵੇਵ ਰੈਕਟੀਫਾਇਰ ਆਊਟਪੁੱਟ। ਹੁਣ ਜਦੋਂ ਨੈਗੇਟਿਵ ਸਾਈਕਲ ਆਇਆ, ਜਦੋਂ ਨੈਗੇਟਿਵ ਸਾਈਕਲ ਆਊਗਾ ਤਾਂ A ਪੁਆਇੰਟ ਵਿਲ ਬੀ ਐਟ ਨੈਗੇਟਿਵ ਪੋਟੈਂਸ਼ੀਅਲ ਐਜ਼ ਕੰਪੇਅਰ ਟੂ B, ਸੋ ਡਾਇਓਡ D2 ਵਿਲ ਕੰਡਕਟ ਤੇ D1 ਵਿਲ ਨਾਟ ਕੰਡਕਟ। ਆਹ ਪਾਥ ਬਲੌਕ ਹੋ ਗਿਆ, ਵੋਲਟੇਜ ਸਾਡੀ ਇੱਧਰੋਂ ਦੀ ਜਾਊਗੀ, ਸੋ ਇੱਧਰੋਂ ਦੀ ਆਹ ਵਾਲਾ ਪਾਸਾ ਕੰਡਕਟ ਹੋ ਕੇ ਗਿਆ, ਕਿੱਥੇ ਆ, ਇੱਥੋਂ ਮੁੜ ਜੂਗਾ ਕਿਉਂਕਿ ਇੱਧਰਲੇ ਪਾਸੇ ਬਲੌਕ ਆ। ਸੋ ਉਹੀ ਸੇਮ ਟਰਮੀਨਲ ਸਾਡਾ ਪੋਜ਼ਿਟਿਵ ਬਣਿਆ, ਇਸ ਕਰਕੇ ਸਾਡੇ ਕੋਲੇ ਸੈਕਿੰਡ ਹਾਫ ਆਫ ਦੀ ਵੇਵ ਵਿਲ ਬੀ ਲਾਈਕ ਦੀ ਫਸਟ ਵਨ ਬਿਕੋਜ਼ ਸੇਮ ਟਰਮੀਨਲ ਵਿਲ ਬੀ ਪੋਜ਼ਿਟਿਵ ਅਗੇਨ।
ਹੁਣ ਸਾਡੇ ਕੋਲੇ ਅੱਗੇ ਥਰਡ ਪੋਜ਼ਿਟਿਵ ਆ ਗਿਆ। ਥਰਡ ਪੋਜ਼ਿਟਿਵ ਜਦੋਂ ਆਊਗਾ ਅਗੇਨ D1 ਡਾਇਓਡ ਵਿਲ ਬੀ ਫਾਰਵਰਡ ਬਾਇਸਡ ਐਂਡ D2 ਵਿਲ ਬੀ ਰਿਵਰਸ ਬਾਇਸਡ। ਆਹ ਵਾਲਾ ਸਰਕਲ ਸਾਡਾ, ਆਹ ਵਾਲਾ ਸਰਕਟ ਕਲੋਜ਼ ਹੋ ਜਾਏਗਾ। ਇਧਰਲੇ ਪਾਸਿਓਂ ਦੀ ਡਾਇਓਡ ਕੰਡਕਟ ਕਰਕੇ ਇਹ ਵਾਲਾ ਟਰਮੀਨਲ ਪੋਜ਼ਿਟਿਵ ਅਗੇਨ ਲੋਡ ਰੈਜ਼ਿਸਟੈਂਸ ਦੇ ਉੱਤੇ ਸਾਡੇ ਕੋਲ। ਸੋ ਇਸ ਤਰੀਕੇ ਨਾਲ ਐਵਰੀ ਟਾਈਮ ਚਾਹੇ ਸਾਡੇ ਕੋਲੇ ਪੋਜ਼ਿਟਿਵ ਸਾਈਕਲ ਆਉਂਦਾ ਫਿਰ ਵੀ ਸਾਡਾ ਉਹੀ ਟਰਮੀਨਲ ਪੋਜ਼ਿਟਿਵ ਰਹਿੰਦਾ, ਉੱਪਰ ਹੀ ਵੇਵ ਆਉਂਦੀ ਆ। ਜਦੋਂ ਨੈਗੇਟਿਵ ਸਾਈਕਲ ਆਉਂਦਾ ਉਦੋਂ ਵੀ ਉਹੀ ਟਰਮੀਨਲ ਪੋਜ਼ਿਟਿਵ ਹੁੰਦਾ, ਉੱਪਰ ਵਾਲਾ ਪਾਸਾ ਹੀ। ਤਾਂ ਸਾਡੇ ਕੋਲ ਇਹ ਵੇਵ ਸਾਡੇ ਕੋਲੇ ਇੱਕ ਪਾਸੇ ਵਾਲੀ ਆ ਜਾਂਦੀ ਆ। ਸੋ ਸਾਰੇ ਸਾਈਕਲ ਸਾਡੇ ਪੋਜ਼ਿਟਿਵ ਟਰਨ ਹੋ ਗਏ। ਸੋ ਇਸ ਕਰਕੇ ਇਹਨੂੰ ਅਸੀਂ ਫੁੱਲ ਵੇਵ ਰੈਕਟੀਫਾਇਰ ਕਰ ਰਹੇ। ਰੈਕਟੀਫਾਈ ਦਾ ਮਤਲਬ ਹੁੰਦਾ ਸੁਧਾਰਨਾ। ਅਸੀਂ ਆਹ ਨੈਗੇਟਿਵ ਸਾਈਕਲ ਨੂੰ ਸੁਧਾਰ ਲਿਆ। ਹਾਫ ਵੇਵ ਦੇ ਵਿੱਚ ਥੱਲੇ ਵਾਲੀ ਵੇਵ ਕੈਂਸਲ ਹੋ ਗਈ ਸੀ, ਜਿਹਦੇ ਕਰਕੇ ਸਾਡੀ ਹਾਫ ਵੇਵ ਲਾਸ ਹੋ ਗਈ, એનર્ਜੀ ਲਾਸ ਹੋ ਗਿਆ। ਇੱਥੇ ਸਾਡੇ ਕੋਲ એનર્ਜੀ ਸਾਨੂੰ ਪੂਰੀ ਮਿਲ ਜਾਂਦੀ ਹੈ। ਇਸ ਤੋਂ ਬਾਅਦ ਇਹਦੇ ਨਾਲ ਅਸੀਂ ਫਿਲਟਰ ਸਰਕਟਸ ਲਾ ਕੇ ਜਿਹੜੀ ਇਹਦੀ ਫਲਕਚੁਏਸ਼ਨ ਆ ਉਹਨੂੰ ਵੀ ਅਸੀਂ ਮੋਰ ਔਰ ਲੈਸ ਫਲੈਟ ਕਰ ਲੈਂਦੇ ਆ। ਤਾਂ ਇਸੇ ਕਰਕੇ ਬੇਟੇ ਜਦੋਂ ਆਪਣਾ ਗਰਮੀਆਂ ਦੇ ਵਿੱਚ ਪੱਖਾ ਕਈ ਵਾਰੀ ਸਲੋ ਚੱਲਣ ਲੱਗ ਜਾਂਦਾ ਤਾਂ ਮਕੈਨਿਕ ਕਹਿੰਦਾ ਜੀ ਇਹਦਾ ਕੰਡੈਂਸਰ ਬਦਲ ਦਿਓ। ਕੰਡੈਂਸਰ ਬਦਲ ਦਿਓ ਮਤਲਬ ਕੰਡੈਂਸਰ ਇਜ਼ ਏ ਕਪੈਸਿਟਰ, ਕਪੈਸਿਟਰ ਇਜ਼ ਏ ਫਿਲਟਰ ਸਰਕਟ। ਉਹ ਬਿਜਲੀ ਨੂੰ, ਉਹ ਵੇਵ ਨੂੰ ਫਿਲਟਰ ਕਰ ਦਿੰਦਾ। ਜਿਹੜੀ ਏਸੀ ਦੇ ਵਿੱਚੋਂ ਸਾਡੇ ਕੋਲ ਇੰਪਿਓਰ ਪਾਰਟ ਆਉਂਦਾ ਹੈ ਏਸੀ ਦਾ, ਉਹ ਉਹਨੂੰ ਬਲੌਕ ਕਰ ਦਿੰਦਾ ਤੇ ਪੱਖੇ ਨੂੰ ਪਿਓਰ ਏਸੀ ਮਿਲਣ ਲੱਗ ਜਾਂਦੀ ਹੈ ਤੇ ਪੱਖਾ ਤੇਜ਼ ਚੱਲਣ ਲੱਗ ਜਾਂਦਾ। ਸੋ ਇਹ ਸਾਡੇ ਫਿਲਟਰ ਸਰਕਟਸ ਵੀ ਇੱਥੇ ਕੰਮ ਕਰਦੇ ਆ। ਇੱਥੇ ਇੱਕ ਛੋਟਾ ਜਿਹਾ ਕੁਐਸਚਨ ਆ ਜਾਂਦਾ ਕਿ ਹਾਫ ਵੇਵ ਰੈਕਟੀਫਾਇਰ ਦੇ ਵਿੱਚ ਜੇਕਰ ਇੱਥੇ ਜਿਹੜਾ ਅਸੀਂ ਬਲਬ ਲਗਾਇਆ ਹੋਇਆ, ਕਿਉਂਕਿ ਵੇਵ ਅੱਧੀ ਆਉਂਦੀ ਆ ਫਿਰ ਬੰਦ ਹੋ ਜਾਂਦੀ ਆ, ਫਿਰ ਅੱਧੀ ਆਉਂਦੀ ਆ ਫਿਰ ਬੰਦ ਹੋ ਜਾਂਦੀ ਆ, ਕੀ ਬਲਬ ਇੱਦਾਂ ਜਗੂ ਬੁਝੂਗਾ? ਪਰ ਇਹਦਾ ਆਨਸਰ ਆ ਬੇਟੇ ਨਹੀਂ। ਬਲਬ ਜਗਦਾ ਬੁਝਦਾ ਹੋਵੇ ਪਰ ਸਾਨੂੰ ਨਹੀਂ ਪਤਾ ਲੱਗਣਾ। ਕਿਉਂ ਨਹੀਂ ਪਤਾ ਲੱਗਣਾ? ਬਿਕੋਜ਼ ਵੀ ਹੈਵ ਅ ਫਰੀਕੁਐਂਸੀ ਆਫ 50 ਹਰਟਜ਼। 1 ਸੈਕਿੰਡ ਦੇ ਵਿੱਚ 50 ਸਾਈਕਲ। ਤੇ ਜੇ ਇੱਥੇ ਅਸੀਂ ਅੱਧੀ ਵੇਵ ਕੈਂਸਲ ਵੀ ਕਰਤੀ ਤਾਂ 1 ਸੈਕਿੰਡ ਦੇ ਵਿੱਚ 25 ਸਾਈਕਲ। 25 ਵਾਰੀ ਜੇ ਕੋਈ ਚੀਜ਼ ਜਗਦੀ ਬੁਝਦੀ ਵੀ ਹੈ ਲਗਾਤਾਰ ਤਾਂ ਸਾਡੀ ਹਿਊਮਨ ਆਈ ਦੇ ਕੋਲੇ ਇੰਨੀ ਰਿਜ਼ੋਲਵਿੰਗ ਪਾਵਰ ਨਹੀਂ ਹੈ ਕਿ ਉਹਨੂੰ ਡਿਟੈਕਟ ਕਰ ਸਕੇ। 16 ਇਵੈਂਟਸ ਤੋਂ ਜ਼ਿਆਦਾ ਜੇਕਰ ਸਾਡੀ ਅੱਖ ਦੇ ਮੂਹਰੇ ਦੀ ਲੰਘ ਜਾਣ ਲਗਾਤਾਰ ਤਾਂ ਸਾਨੂੰ ਉਹ ਕੰਟੀਨਿਊਸ ਹੀ ਦਿਖਾਈ ਦੇਣਗੇ, ਅਲੱਗ-ਅਲੱਗ ਨਹੀਂ ਦਿਖਾਈ ਦੇਣਗੇ। ਸੋ ਇਹ ਤੁਸੀਂ ਛੋਟੀਆਂ ਕਲਾਸਾਂ ਦੇ ਵਿੱਚ ਜਾਂ ਆਪਣੇ ਫਰੈਂਡਸ ਦੇ ਵਿੱਚ ਕੋਈ ਇੱਕ ਕਾਪੀ ਹੁੰਦੀ ਸੀ, ਉਹਦੇ ਵਿੱਚ ਕ੍ਰਿਕਟ ਦੇ ਬੈਟ, ਕ੍ਰਿਕਟ ਦੇ ਕਿਸੇ ਪਲੇਅਰ ਦੀਆਂ ਅਲੱਗ-ਅਲੱਗ ਪਿਕਚਰਸ ਹੁੰਦੀਆਂ ਸੀ। ਅਤੇ ਜੇਕਰ ਉਹਨੂੰ ਅਸੀਂ ਇੱਦਾਂ ਕਰਕੇ ਦੇਖਦੇ ਸੀ, ਜਿਵੇਂ ਆ ਮੇਰੇ ਕੋਲ ਬੁੱਕ ਹੈ ਅਤੇ ਅਲੱਗ-ਅਲੱਗ ਪਿਕਚਰਸ ਹੋਣ ਅਤੇ ਮੈਂ ਇੱਦਾਂ ਕਰਕੇ ਦੇਖਾਂ ਤਾਂ ਮੈਨੂੰ ਉਹ ਕੰਟੀਨਿਊਸਲੀ ਸ਼ਾਟ ਮਾਰਦਾ ਦਿਸਦਾ ਸੀ। ਸੋ ਇਸੇ ਕਰਕੇ ਕਿਉਂਕਿ 16 ਇਵੈਂਟਸ, ਜੇ ਮੋਰ ਦੈਨ 16 ਇਵੈਂਟਸ ਪਾਸ ਹੁੰਦੇ ਆ ਸਾਡੀ ਅੱਖ ਦੇ ਮੂਹਰੇ ਦੀ ਤਾਂ ਅਸੀਂ ਉਹਨੂੰ ਡਿਟੈਕਟ ਅਲੱਗ-ਅਲੱਗ ਨਹੀਂ ਕਰ ਸਕਦੇ। ਸੋ ਇੱਥੇ ਬਲਬ ਭਾਵੇਂ ਕਿ ਜਗਦਾ ਬੁਝਦਾ ਹੋਏਗਾ ਪਰ 1 ਸੈਕਿੰਡ ਦੇ ਵਿੱਚ 25 ਵਾਰ ਜਗਦਾ ਬੁਝਦਾ ਹੋਏਗਾ, ਜਿਹੜੇ ਕੋਈ ਅਸੀਂ ਨਹੀਂ ਡਿਟੈਕਟ ਕਰ ਸਕਦੇ। ਸੋ ਇਸ ਕਰਕੇ ਸਾਨੂੰ ਉਹ ਕੰਟੀਨਿਊਸਲੀ ਜਗਦਾ ਹੀ ਦਿਸੇਗਾ। ਓਕੇ, ਸੋ ਬੇਟੇ ਇਸ ਫੁੱਲ ਵੇਵ ਰੈਕਟੀਫਾਇਰ ਅਤੇ ਹਾਫ ਵੇਵ ਰੈਕਟੀਫਾਇਰ ਦੇ ਵਿੱਚ ਇੱਕ ਇੱਥੇ ਤੁਸੀਂ ਧਿਆਨ ਰੱਖਣਾ ਡਾਇਗਰਾਮ ਬਣਾਉਣ ਲੱਗੇ, ਜਿਹੜੀ ਸੈਕੰਡਰੀ ਕੋਇਲ ਦੀਆਂ ਟਰਨਸ ਨੇ ਉਹ ਪ੍ਰਾਇਮਰੀ ਕੋਇਲ ਦੀਆਂ ਟਰਨਸ ਤੋਂ ਘੱਟ ਹੋਣੀਆਂ ਚਾਹੀਦੀਆਂ ਨੇ। ਇਸੇ ਲਈ ਇਹ 220 ਤੋਂ 9 ਵੋਲਟ 'ਤੇ ਆਊਗਾ ਜਾਂ 220 ਤੋਂ 6 ਵੋਲਟ 'ਤੇ ਆਊਗਾ, ਕਿਉਂਕਿ ਜਿਹੜੀ ਸਾਡੇ ਕੋਲ ਇੱਥੇ ਐਪਲਾਇੰਸ ਅਸੀਂ ਲਾਵਾਂਗੇ, ਕੋਈ ਬਲਬ ਲਾਉਨੇ ਆ ਜਾਂ ਪੱਖਾ ਲਾਉਨੇ ਆ ਜਾਂ ਕੋਈ ਹੋਰ ਚੀਜ਼ ਲਾਉਨੇ ਆ DC 'ਤੇ ਚੱਲਣ ਵਾਲੀ ਆ, ਉਹ ਵੱਧ ਤੋਂ ਵੱਧ ਸਾਡੇ ਕੋਲ ਬੇਟੇ 12 ਵੋਲਟ ਤੱਕ ਹੁੰਦੀ ਆ। ਸੋ ਇਸ ਕਰਕੇ 224 ਤੋਂ ਇੱਧਰ ਲਿਆਵਾਂਗੇ ਤਾਂ ਵੀ ਨੀਡ ਏ ਸਟੈਪ ਡਾਊਨ ਟਰਾਂਸਫਾਰਮਰ। ਸੋ ਇਹਦੇ ਬਾਰੇ ਤੁਹਾਨੂੰ ਪਤਾ ਹੀ ਹੈ, ਫੁੱਲ ਇਹ ਆਪਣੇ PN ਜੰਕਸ਼ਨ ਡਾਇਓਡ ਨੇ, ਲੋਡ ਰੈਜ਼ਿਸਟੈਂਸ, ਇਨਪੁਟ AC। ਸੋ ਇਸ ਤਰੀਕੇ ਨਾਲ ਫੁੱਲ ਵੇਵ ਰੈਕਟੀਫਾਇਰ ਦੀ ਜੋ ਵਰਕਿੰਗ ਹੈ ਜਾਂ ਹਾਫ ਵੇਵ ਦੀ ਤੁਹਾਨੂੰ ਦੋਨੇ ਮੈਂ ਸਮਝਾਉਣ ਦੀ ਕੋਸ਼ਿਸ਼ ਕੀਤੀ ਆ। ਸੋ ਮੈਨੂੰ ਉਮੀਦ ਆ ਵੀ ਇਸ ਸਾਲ ਇਹ ਕੁਐਸਚਨ ਪੇਪਰ ਦੇ ਵਿੱਚ ਜ਼ਰੂਰ ਆਏਗਾ ਅਤੇ ਤੁਹਾਨੂੰ ਅੱਜ ਦੇ ਲੈਕਚਰ ਤੋਂ ਫਾਇਦਾ ਹੋਏਗਾ।